ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਕਬੀਰ ਜੀ। ਸੁਆਓ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਕਥਾ ਵਿਚਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 328 ਤੇ ਧੰਨ ਭਗਤ ਕਬੀਰ ਸਾਹਿਬ ਜੀ ਗੌੜੀ ਰਾਗਣੀ ਰਾਹੀਂ ਕਿਰਪਾ ਕਰ ਰਹੇ ਹਨ। 23ਵਾਂ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਪ੍ਰਾਰੰਭ ਹੋਇਆ ਹੈ। ਇੱਕ ਪੰਡਿਤ ਕਬੀਰ ਜੀ ਦੇ ਪਾਸ ਆਇਆ ਅਤੇ ਆ ਕਰਕੇ ਸਤੀ ਦੀ ਵਡਿਆਈ ਕਰਨ ਲੱਗਾ ਤਾਂ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਰਾਹੀਂ ਕਿਰਪਾ ਕਰ ਰਹੇ ਹਨ। ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹਿਰਦੈ ਵਿਚਾਰ। ਬਿਨ ਸਤ ਸਤੀ ਪੋਲਾ ਸਤ ਕਸ ਕੇ, ਸੋ ਸਤ ਧਾਰੇ ਤੋਂ ਬਗੈਰ ਨਾਰੀ ਇਸਤਰੀ ਕਿਵੇਂ ਸਤੀ ਹੋ ਸਕਦੀ ਹੈ। ਹੇ ਪੰਡਤ ਵਿਦਵਾਨ ਬ੍ਰਾਹਮਣੋ, ਤੁਸੀਂ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਵੇਖ ਲੈਣਾ ਕਰੋ। ਸ੍ਰੀ ਰਾਮਚੰਦਰ ਜੀ ਨੇ ਬਾਲੀ ਦੀ ਇਸਤਰੀ ਤਾਰਾ ਦੇ ਪ੍ਰਤੀ 4 ਪ੍ਰਕਾਰ ਦੀਆਂ ਸਤੀਆਂ ਕਥਨ ਕੀਤੀਆਂ ਹਨ, ਜੋ ਪੰਡਤ ਗੁਲਾਬ ਸਿੰਘ ਜੀ ਦੀ ਕ੍ਰਿਤ ਅਧਿਆਤਮ ਰਮਾਇਣ ਵਿੱਚ ਦਰਜ ਹਨ। ਪਹਿਲੀ, ਜੋ ਮਨ ਬਾਣੀ ਸਰੀਰ ਕਰਕੇ ਆਪਣੀ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਜਾਣੇ ਅਤੇ ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਪੁਰਖ ਹੀ ਨਾ ਜਾਣੇ, ਉਹ ਪਤੀ ਸਮੇਤ ਅਮਰ ਹੋ ਜਾਂਦੀਆਂ ਹਨ। ਦੂਜੀਆਂ, ਜੋ ਪਤੀ ਵਰਤਾ ਧਰਮ ਵਿੱਚ ਪਰਪੱਕ ਰਹਿੰਦੀਆਂ ਹਨ ਅਤੇ ਆਪਣੇ ਸਹੁਰੇ ਘਰ ਵਿੱਚ ਸਭ ਜੀਆਂ ਦੀ ਪ੍ਰੇਮ ਭਾਵਨਾ ਨਾਲ ਸੇਵਾ ਟਹਿਲ ਕਰਦੀਆਂ ਹਨ, ਮਨ ਕਰਕੇ ਕਾਇਮ ਰਹਿੰਦੀਆਂ ਹਨ, ਉਹ ਇੰਦਰ ਦੀ ਉਮਰ ਤੱਕ ਪਤੀ ਸਮੇਤ ਸਵਰਗ ਵਿੱਚ ਰਹਿੰਦੀਆਂ ਹਨ। ਤੀਜੀਆਂ, ਜੋ ਤੀਜੇ ਦਰਜੇ ਦੀਆਂ ਉਹ ਸਤੀਆਂ ਹਨ, ਜਿਨ੍ਹਾਂ ਦਾ ਮਨ ਤਾਂ ਭਾਵੇਂ ਡੋਲਦਾ ਹੈ ਪਰ ਸਰੀਰ ਕਰਕੇ ਔਗਣ ਨਹੀਂ ਕਰਦੀਆਂ, ਉਹ 1000 ਵਰ੍ਹੇ ਪਤੀ ਸਮੇਤ ਸੁਰਗ ਵਿੱਚ ਵਸਦੀਆਂ ਹਨ। ਚੌਥਾ ਭਾਵ, ਜਿਨ੍ਹਾਂ ਦਾ ਮਨ ਵੀ ਡੋਲਦਾ ਹੈ ਸਰੀਰ ਕਰਕੇ ਵੀ ਡੋਲਦੀਆਂ ਹਨ, ਪਰ ਕੁਕਰਮ ਦਾ ਸਮਾਂ ਨਾ ਮਿਲਣ ਕਰਕੇ ਬਚੀਆਂ ਰਹਿੰਦੀਆਂ ਹਨ, ਜੋ ਬਾਣੀ ਕਰਕੇ ਕਿਸੇ ਨਾਲ ਭੈੜੀਆਂ ਗੱਲਾਂ ਨਹੀਂ ਕਰਦੀਆਂ, ਉਹ ਚੌਥੇ ਦਰਜੇ ਦੀਆਂ ਸਤੀਆਂ 500 ਵਰ੍ਹੇ ਤੱਕ ਪਤੀ ਸਮੇਤ ਸੁਰਗ ਵਿੱਚ ਵਸਦੀਆਂ ਹਨ। ਪ੍ਰੀਤ ਬਿਨਾ ਕੈਸੇ ਵਧੈ ਸਨੇਹੋ, ਜਬ ਲਗ ਰਸ ਤਬ ਲਗ ਨਹੀਂ ਨੇਹੋ ਰਹਾਉ। ਪਤੀ ਦੀ ਪ੍ਰੀਤੀ ਕਰੇ ਤੋਂ ਬਗੈਰ ਕਿਸ ਪ੍ਰਕਾਰ ਉਸ ਨਾਲ ਸਨੇਹ ਪ੍ਰੇਮ ਵਧੇਗਾ, ਭਾਵ ਨਹੀਂ ਵਧੇਗਾ। ਜਦ ਤੱਕ ਮਨ ਵਿੱਚ ਰਸਾਂ ਕਸਾਂ ਦੇ ਭੋਗਣ ਦੀ ਇੱਛਾ ਲੱਗੀ ਹੋਈ ਆ, ਤਦ ਤੱਕ ਪਤੀ ਨਾਲ ਨੇਹ ਕਹੀਏ ਪ੍ਰੇਮ ਨਹੀਂ ਲੱਗ ਸਕਦਾ। ਰਹਾਉ। ਸਾਹਨ ਸਤ ਕਰੈ ਜੀ ਆਪਣੈ, ਸੋਰ ਮਈਏ ਕਉ ਮਿਲੈ ਨ ਸੁਪਨੈ। ਦ੍ਰਿਸ਼ਟਾਂਤ ਦੇ ਕਰਕੇ ਸਮਝਾਉਂਦੇ ਹਨ ਕਿ ਜਿਵੇਂ ਇੱਕ ਨੌਕਰ ਸ਼ਾਹੂਕਾਰ ਦੀ ਪਤਨੀ ਸ਼ਾਹਨੀ ਸ਼ਾਹੂਕਾਰਣੀ ਨੂੰ ਆਪਣੇ ਹਿਰਦੇ ਵਿੱਚ ਨਿਸ਼ਚੇ ਕਰੇ ਕਿ ਇਹ ਮੇਰੀ ਹੈ, ਪਰੰਤੂ ਉਹ ਰਮਈਏ ਸ਼ਾਹਨੀ ਦਾ ਪਤੀ ਉਸ ਨੌਕਰ ਨੂੰ ਸੁਪਨੇ ਮਾਤਰ ਵੀ ਉਸ ਨਾਲ ਮਿਲਣ ਨਹੀਂ ਦਿੰਦਾ, ਸਗੋਂ ਅਜਿਹੇ ਭੈੜੇ ਆਚਰਨ ਵਾਲੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ। ਤਨ ਮਨ ਧਨ ਗ੍ਰਹਿ ਸੌਪ ਸਰੀਰ, ਸੋਈ ਸੁਹਾਗਨ ਕਹਿ ਕਬੀਰ। ਜਿਸ ਨੇ ਤਨ ਸਰੀਰ ਮਨ ਦਿਲ ਧਨ ਦੌਲਤ ਗ੍ਰਹਿ ਘਰ ਆਦਿਕ ਸਭ ਕੁਝ ਸਰੀਰ ਦੇ ਸਮੇਤ ਆਪਣੇ ਪਤੀ ਨੂੰ ਅਰਪਣ ਕੀਤਾ ਹੋਇਆ ਹੈ, ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਉਹੀ ਸੁਹਾਗਣ ਕਹੀ ਜਾਂਦੀ ਹੈ। ਗੌੜੀ ਕਬੀਰ ਜੀ। ਸੋ ਅੱਗੇ 24ਵੇਂ ਸ਼ਬਦ ਵਿੱਚ ਕਿਰਪਾ ਕਰ ਰਹੇ ਹਨ। ਭਗਤ ਕਬੀਰ ਸਾਹਿਬ ਜੀ ਰਸਤੇ ਤੋਂ ਲੰਘੇ ਆਉਂਦੇ ਸੀ
ਕਿ ਉੱਥੇ ਕੋਈ ਇੱਕ ਜਗਤ ਜੂਠ ਤੰਬਾਕੂ ਪੀ ਰਿਹਾ ਸੀ। ਉਸ ਵੱਲ ਵੇਖ ਕਰਕੇ ਭਗਤ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਵਾਰ। ਦੇਖੋ ਭਾਈ, ਸਾਰਾ ਜਗਤ ਹੀ ਜਗਤ ਜੂਠ ਤੰਬਾਕੂ ਵਿੱਚ ਵਿਆਪਿਆ ਕਹੀਏ ਲੱਗਿਆ ਹੋਇਆ। ਵਿਖਿਆ ਤੰਬਾਕੂ ਪੀਣ ਦੀ ਆਦਤ ਪਰਿਵਾਰਾਂ ਨੂੰ ਲੈ ਕਰਕੇ ਡੁੱਬ ਗਈ ਹੈ। ਰੇ ਨਰ ਨਾਵ ਚੌੜ ਕਤ ਬੋੜੀ, ਹਰ ਸਿਓ ਤੋੜ ਵਿਖਿਆ ਸੰਗ ਜੋੜੀ ਰਹਾਉ। ਰੇ ਨਰ ਨਾਵ ਭਾਵ ਬੇੜੀ ਦਾ ਹੈ। ਹੇ ਪੁਰਸ਼ਾ, ਚੌੜ ਚਪਟੂਆ ਤੂੰ ਆਪਣੀ ਬੁੱਧੀ ਰੂਪੀ ਨੌਕਾ ਬੇੜੀ ਨੂੰ ਕਿੱਥੇ ਰੜੇ ਥਾਂ ਹੀ ਡੁਬੋਈ ਬੈਠਾ ਹੈ। ਤੂੰ ਪਰਮੇਸ਼ਰ ਨਾਲੋਂ ਪ੍ਰੀਤੀ ਤੋੜ ਲਈ ਹੈ ਅਤੇ ਜਗਤ ਜੂੜ ਤੰਬਾਕੂ ਨਾਲ ਪ੍ਰੀਤੀ ਜੋੜ ਲਈ ਹੈ। ਇਸ ਨਾਲ ਆਪਣੀ ਪ੍ਰੀਤੀ ਨੂੰ ਲਾ ਬੈਠਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸੁਰ ਨਰ ਦਾਦੇ ਲਾਗੀ ਆਗ, ਨਿਕਟ ਨੀਰ ਪਸ ਪੀਵਸ ਨ ਝਾਗ। ਸੁਰ ਦੇਵਤੇ ਕਹਾਉਣ ਵਾਲੇ, ਬ੍ਰਾਹਮਣ ਨਰ ਯੋਧਾ ਬਹਾਦਰ ਕਹਾਉਣ ਵਾਲੇ ਛਤਰੀ ਵੀ ਇਸ ਤੰਬਾਕੂ ਦੀ ਲੱਗੀ ਹੋਈ ਅੱਗ ਵਿੱਚ ਦਾਦੇ ਸੜ ਰਹੇ ਆ। ਇਸ ਦੀ ਕੁਸੰਗਤ ਤੋਂ ਬਚਣ ਵਾਸਤੇ ਨੇੜੇ ਹੀ ਸਾਧ ਸੰਗਤ ਵਿੱਚ ਨਾਮ ਰੂਪੀ ਨਿਰਮਲ ਨੀਰ ਪਾਣੀ ਹੈ। ਪਰੰਤੂ ਜੀਵ ਪਸ਼ੂ ਪੁਣੇ ਵਾਲੇ ਸੁਭਾਅ ਵਿੱਚ ਲੱਗਾ ਹੋਣ ਕਰਕੇ ਜਗਤ ਜੂਠ ਰੂਪ ਬੂਰ ਤੋਂ ਝਾਗ ਲੰਘ ਕਰਕੇ ਨਾਮ ਰੂਪ ਜਲ ਨਹੀਂ ਪੀਂਦਾ। ਫਿਰ ਪ੍ਰਸ਼ਨ ਹੈ, ਇਹ ਪਾਣੀ ਨਿਕਲਦਾ ਕਿਵੇਂ ਹੈ? ਉੱਤਰ ਦਿੰਦੇ ਹਨ, ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਜਿੱਥੇ ਪਰਮੇਸ਼ਰ ਨੂੰ ਸਤ ਸੰਗਤ ਚੇਤਤ ਚੇਤੇ ਕਰਦੀ ਹੈ, ਉਥੇ ਚੇਤਤ ਕਹੀਏ ਚਿਤਵਨੀ ਕਰਦਿਆਂ ਪਰਮੇਸ਼ਰ ਦਾ ਨਾਮ ਰੂਪੀ ਨੀਰ ਜਲ ਨਿਕਲਦਾ ਹੈ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਉਸ ਜਲ ਪਾਣੀ ਨੂੰ ਨਿਰਮਲ ਉਜਲ ਕਹਿੰਦੇ ਹਾਂ। ਇਹ ਉਜਲ ਹੋਣ ਦਾ ਤਰੀਕਾ ਦੱਸਿਆ ਹੈ। ਗੌੜੀ ਕਬੀਰ ਜੀ, ਕਾਂਚੀ ਵਿੱਚ ਕੋਈ ਪੁਰਸ਼ ਭਗਤ ਜੀ ਦੇ ਪਾਸ ਆ ਕੇ ਆਪਣੀਆਂ ਉੱਚੀਆਂ ਕੁਲਾਂ ਦਾ ਹੰਕਾਰ ਕਰਦਾ ਸੀ ਕਿ ਸਾਡੀ ਕੁਲ ਵੱਡੀ ਹੈ, ਉੱਚੀ ਹੈ, ਫਲਾਣੀ ਕੁਲ ਬੜੀ ਭੈੜੀ ਹੈ ਇਤਿਆਦ। ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਅਗਲੇ ਇਸ ਪਾਵਨ ਆਪਣੇ 25ਵੇਂ ਸ਼ਬਦ ਦੇ ਵਿੱਚ ਕਿਰਪਾ ਕਰ ਰਹੇ ਹਨ। ਜਿਹ ਕੁਲ ਪੂਤ ਨ ਗਿਆਨ ਵਿਚਾਰੀ, ਵਿਧਵਾ ਕਸ ਨ ਭਈ ਮਹਿਤਾਰੀ। ਹੇ ਭਾਈ, ਭਾਵੇਂ ਕਿੰਨੀ ਮਰਜ਼ੀ ਉੱਚੀ ਜਾਂ ਵੱਡੀ ਕੁਲ ਹੋਵੇ, ਪਰੰਤੂ ਜਿਸ ਕੁਲ ਵਿੱਚ ਨਿਜ ਸਰੂਪ ਦੇ ਗਿਆਨ ਬੋਧ ਦੀ ਵਿਚਾਰ ਵਾਲਾ ਪੁੱਤਰ ਨਹੀਂ ਨਾ ਜਨਮਿਆ, ਉਸ ਦੀ ਮਹਿਤਾਰੀ ਮਾਂ ਵਿਧਵਾ ਪਤੀ ਤੋਂ ਹੀਣੀ ਰੰਡੀ ਕਿਉਂ ਨਾ ਹੋਗੀ? ਭਾਵ ਜਿਹੇ ਪਾਪੀ ਪੁਰਸ਼ ਨੂੰ ਜਨਮ ਤਾਂ ਨਾ ਦਿੰਦੀ। ਜਨਨੀ ਜਨੈ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਜਿਹ ਨਰ ਰਾਮ ਭਗਤ ਨਹਿ ਸਾਧੀ, ਜਨਮਤ ਕਸ ਨ ਮੋਹ ਅਪਰਾਧੀ ਰਹਾਉ। ਹੇ ਭਾਈ, ਜਿਸ ਨਰ ਮਨੁੱਖ ਨੇ ਰਾਮ ਪਰਮਾਤਮਾ ਦੀ ਭਗਤੀ ਨਹੀਂ ਸਾਧਨਾ ਕੀਤੀ, ਉਹ ਅਜਿਹਾ ਅਪਰਾਧੀ ਗੁਨਹਗਾਰ ਜੰਮਦਾ ਹੀ ਕਿਉਂ ਨਹੀਂ ਮਰ ਗਿਆ? ਕਿਉਂ ਰਹਾਉ, ਜੈਸਾ ਕਿ ਜਿਨ ਐਸਾ ਨਾਮ ਵਿਸਾਰਿਆ, ਮੇਰਾ ਹਰ ਹਰ ਤਿਸਕੈ ਕੁਲ ਲਾਗੀ ਗਾਰੀ। ਹਰ ਤਿਸਕੈ ਕੁਲ ਪਰਸੂਤ ਨ ਕਰਿਓ, ਤਿਸ ਵਿਧਵਾ ਕਰ ਮਹਿਤਾਰੀ। ਵਿਸਰਾਮ ਦੇ ਕੇ ਫਰਮਾਉਂਦੇ ਹਨ, ਮੁਚ ਗਰਭ ਗਏ ਕੀਨ ਬਚਿਆ, ਬੁੱਢ ਭੁਜ ਰੂਪ ਜੀਵੇ ਜਗ ਮਜਿਆ। ਮੁਚ ਬਹੁਤ ਸਾਰੇ ਜੀਵ ਮਾਤਾ ਦੇ ਗਰਭ ਪੇਟ ਵਿੱਚ ਹੀ ਮੁਚ ਛਣੇ ਗਏ ਹਨ। ਇਹ ਕਿਉਂ ਬਚ ਗਿਆ? ਅਨੇਕਾਂ ਹੀ ਮਾਤਾ ਦੇ ਗਰਭ ਵਿੱਚ ਛਣ ਗਏ, ਪਰੰਤੂ ਇਹ ਕੀਨ ਕਿਉਂ ਨਹੀਂ ਮਾਇਆ ਦੇ ਮੋਹ ਤੋਂ ਬਚ ਰਿਹਾ? ਇਸ ਨੂੰ ਵੀ ਚਾਹੀਦਾ ਸੀ ਕਿ ਗਿਆਨ ਅਵਸਥਾ ਵਿੱਚ ਜਾਗ ਪੈਂਦਾ। ਸੋ ਸੰਪਰਦਾਈ ਕੀਨ ਪਾਠ ਇਕੱਠਾ ਹੀ ਕਰਨਾ ਹੈ।
ਉਹ ਸੋਹਣੇ ਰੂਪ ਆਕਾਰਾਂ ਨੂੰ ਦੇਖਣ ਵਿੱਚ ਬੁੱਢ ਪੁੱਜ ਬਾਹਾਂ ਤੱਕ ਡੁੱਬਿਆ ਹੋਇਆ ਹੈ ਤੇ ਉੱਪਰੋਂ ਮੂੰਹੋਂ ਆਪਣੇ ਆਪ ਨੂੰ ਸੰਸਾਰ ਮੱਝਿਆ ਭਾਵ ਜੀਵੇ ਜਿਉਂਦਾ ਮੰਨਦਾ ਹੈ। ਜੋ ਬੁੱਢ ਪੁੱਜ ਕੋੜੀ ਦੀ ਨਿਆਈ ਵਿਰਲਾਪ ਕਰਦਾ ਹੋਇਆ ਸੰਸਾਰ ਵਿੱਚ ਜਿਉਂਦਾ ਹੈ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕਰੂਪ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਪ੍ਰਕਾਰ ਕਿਸੇ ਦਾ ਸੁੰਦਰ ਸਰੂਪ ਚਿਹਰਾ ਹੋਵੇ, ਪਰੰਤੂ ਜੇਕਰ ਉਸਦੇ ਕੁਬਜ ਕੁੱਬ ਨਿਕਲਿਆ ਹੋਵੇ ਤਾਂ ਉਸ ਸੁੰਦਰ ਸਰੂਪ ਨੂੰ ਵੀ ਖੋਟੇ ਰੂਪ ਵਾਲਾ ਕਹਿੰਦੇ ਹਨ। ਇਸੇ ਪ੍ਰਕਾਰ ਭਾਵੇਂ ਸੋਹਣੇ ਵੇਦ ਸ਼ਾਸਤਰ, ਵੇਦਾਂ ਦੇ ਖੱਟ ਅੰਗ, ਸਿਮਰਤੀਆਂ, ਪੁਰਾਣ ਆਦਿਕ 64 ਪ੍ਰਕਾਰ ਦੀ ਵਿੱਦਿਆ ਵੀ ਪੜ੍ਹੀ ਹੋਵੇ, ਪਰੰਤੂ ਜੇਕਰ ਨਾਮ ਸਿਮਰਨ ਤੋਂ ਬਗੈਰ ਹੈ ਤਾਂ ਉਹ ਕੁਬਜ ਕੁੱਬੇ ਦੀ ਨਿਆਈ, ਕਰੂਪ ਭੈੜੇ ਰੂਪ ਵਾਲਾ ਹੀ ਕਿਹਾ ਜਾਵੇਗਾ। ਗੌੜੀ ਕਬੀਰ ਜੀ। ਭਗਤ ਕਬੀਰ ਜੀ ਦੇ ਤਾਈਂ ਕਿਸੇ ਨੇ ਸਵਾਲ ਕੀਤਾ ਕਿ ਕਬੀਰ ਜੀ, ਤੁਸੀਂ ਕਿਸ ਨੂੰ ਚੰਗਾ ਸਮਝਦੇ ਹੋ? ਤਾਂ ਭਗਤ ਸਾਹਿਬ ਜੀ ਇਸ ਪਾਵਨ ਸ਼ਬਦ ਰਾਹੀਂ ਫਰਮਾਉਂਦੇ ਹਨ, ਜੋ ਜਨ ਲੇਹ ਖਸਮ ਕਾ ਨਾਉ, ਤਿਨ ਕੈ ਸਦ ਬਲਿਹਾਰੈ ਜਾਉ। ਹੇ ਭਾਈ, ਜਿਹੜਾ ਜਨ ਪੁਰਸ਼ ਖਸਮ ਮਾਲਕ ਅਕਾਲ ਪੁਰਖ ਦਾ ਨਾਮ ਲੈਣਾ ਉਚਾਰਨਾ ਕਰਦਾ ਹੈ, ਅਸੀਂ ਉਸਦੇ ਉੱਪਰੋਂ ਹਮੇਸ਼ਾ ਹੀ ਸੈਂਕੜੇ ਵਾਰੀ ਬਲਿਹਾਰੈ ਕੁਰਬਾਨ ਜਾਂਦੇ ਹਾਂ। ਸੋ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰਾ ਮਨ ਭਾਵੈ ਰਹਾਉ। ਜਿਹੜਾ ਉਜਲ ਹਰੀ ਪਰਮੇਸ਼ਰ ਦੇ ਗੁਣ ਸਿਫਤਾਂ ਤਾਈਂ ਗਾਉਂਦਾ ਹੈ, ਉਹ ਅਸਤ ਜੜ ਦੁੱਖ ਰੂਪ ਮਾਇਆ ਦੀ ਇੱਛਾ ਰੂਪ ਵਿਸ਼ਿਆਂ ਦੀ ਨਿਰਮਲ ਮੈਲ ਤੋਂ ਰਹਿਤ ਹੋ ਜਾਂਦਾ ਹੈ। ਹੇ ਭਾਈ ਭਰਾਵੋ, ਉਹ ਹੀ ਉਜਲ ਮੇਰਾ ਸਾਡੇ ਮਨ ਚਿੱਤ ਵਿੱਚ ਭਾਵੇਂ ਪਾਉਂਦਾ ਹੈ, ਚੰਗਾ ਲੱਗਦਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜੇ ਘਟ ਰਾਮ ਰਹਿਆ ਭਰਪੂਰ, ਤਿਨ ਕੀ ਪਗ ਪੰਕਜ ਹਮ ਧੂਰ। ਜਿਸ ਦੇ ਘਟ ਹਿਰਦੇ ਵਿੱਚ ਰਾਮ ਪਰਮੇਸ਼ਰ ਵਿਆਪਕ ਲਬਾ ਲਬ ਭਰ ਰਿਹਾ ਹੈ, ਉਸ ਪਿਆਰੇ ਦੇ ਪਗ ਚਰਨਾਂ ਪੰਕਜ ਕਮਲਾਂ ਦੀ ਅਸੀਂ ਧੂਰ ਧੂੜੀ ਦੀ ਨਿਆਈ ਹਾਂ। ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਹੇ ਭਾਈ, ਜਾਤੀ ਦਾ ਭਾਵੇਂ ਮੈਂ ਜੁਲਾਹਾ ਬਸਤਰ ਬੁਣਨ ਵਾਲਾ ਹਾਂ, ਪਰੰਤੂ ਮਤ ਬੁੱਧੀ ਦਾ ਬੜਾ ਧੀਰਜਵਾਨ ਹਾਂ। ਜੁਲਾਹਾ ਤੋਂ ਭਾਵ ਜੋ ਜਿਹੜਾ ਬ੍ਰਹਮ ਦੀ ਪ੍ਰਾਪਤੀ ਰੂਪੀ ਲਾਹਾ ਕੀ ਲਾਭ ਸੀ, ਉਸ ਨੂੰ ਜਾਣ ਕੇ ਮੈਂ ਮਤੀ ਦਾ ਧੀਰਜਵਾਨ ਹੋਇਆ। ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਅਸੀਂ ਸਹਿਜ ਧੀਰਜ ਅਤੇ ਸ਼ਾਂਤੀ ਨਾਲ ਗਿਆਨ ਕਰਕੇ ਸੁਭਾਵਕ ਹੀ ਸਿਫਤਾਂ ਤਾਈਂ ਰਮੈ ਉਚਾਰਨਾ ਕਰਦੇ ਹਾਂ। ਗੌੜੀ ਕਬੀਰ ਜੀ। ਸੋ ਅਗਲਾ ਸ਼ਬਦ 27ਵਾਂ ਸ਼ਬਦ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਜੋਗੀ ਆਇਆ। ਜੋਗੀ ਆ ਕਰਕੇ ਕਹਿਣ ਲੱਗਾ ਕਿ ਹੇ ਕਬੀਰ ਜੀ, ਤੁਸੀਂ ਕਦੇ ਸ਼ਰਾਬ ਵੀ ਪੀਤੀ ਹੈ ਕਿ ਨਹੀਂ? ਕਿਉਂਕਿ ਜੋਗੀਆਂ ਦੇ ਮਤ ਵਿੱਚ ਬਹੁਤ ਸਾਰੇ ਜੋਗੀ ਨਸ਼ਿਆਂ ਦਾ ਸੇਵਨ ਆਪ ਹੀ ਕਰਦੇ ਹਨ। ਮੈਂ ਤਾਂ ਆਪਣੀ ਘਰ ਦੀ ਕੱਢ ਕੇ ਪੀਂਦਾ ਹਾਂ। ਤੁਸੀਂ ਵੀ ਕਦੇ ਪੀ ਕੇ ਵੇਖ ਲਓ, ਜਿਸ ਨਾਲ ਇੱਕ ਰਸ ਸਮਾਧੀ ਲੱਗ ਜਾਵੇਗੀ। ਭਗਤ ਕਬੀਰ ਜੀ ਅੱਗੋਂ ਕਹਿਣ ਲੱਗੇ, ਹੇ ਜੋਗੀ, ਅਸੀਂ ਤਾਂ ਅੱਗੇ ਹੀ 2 ਤਰੀਕਿਆਂ ਨਾਲ ਸ਼ਰਾਬ ਪੀਂਦੇ ਹਾਂ। ਜੋਗੀ ਕਹਿਣ ਲੱਗਾ ਕਿ ਉਹ ਕਿਹੜੇ ਤਰੀਕੇ ਹਨ? ਤਾਂ ਭਗਤ ਜੀ ਕਹਿਣ ਲੱਗੇ ਕਿ ਇੱਕ ਯੋਗ ਦੇ ਤਰੀਕੇ ਨਾਲ, ਇੱਕ ਗਿਆਨ ਦੇ ਤਰੀਕੇ ਨਾਲ ਪੀਂਦੇ ਹਾਂ। ਪਹਿਲਾਂ ਤੈਨੂੰ ਯੋਗ ਦੇ ਤਰੀਕੇ ਨਾਲ ਸ਼ਰਾਬ ਆਦਿ ਨਸ਼ੇ ਦਾ ਨਖੇਧ ਕਰਕੇ ਸ਼ਰਾਬ ਦੇ ਅਲੰਕਾਰ ਦੁਆਰਾ ਅੰਤਰੀ ਭਾਵ ਵਿੱਚ ਦੱਸਦੇ ਹਾਂ, ਤੂੰ ਸੁਣਨਾ ਕਰ। ਗਗਨ ਰਸਾਲ ਚੋਐ ਮੇਰੀ ਭਾਠੀ, ਸੰਚ ਮਹਾਰਸ ਤਨ ਭਇਆ ਕਾਠੀ। ਹੇ ਜੋਗੀ, ਰਸਾਲ ਰਸਦਾਇਕ ਜੋ 10ਵਾਂ ਦੁਆਰ ਹੈ, ਇਸ ਵਿੱਚੋਂ ਜੋ ਰਸ ਚੋਣਾ ਹੈ, ਇਹ ਮੇਰੀ ਭੱਠੀ ਬਣੀ ਹੋਈ ਹੈ। ਭਾਵ ਏੜਾ ਪਿੰਗਲਾ ਨਾੜੀਆਂ ਦੁਆਰਾ, ਸੂਰਜ ਚੰਦਰਮਾ ਦੀ ਸੁਰ ਦੁਆਰਾ ਪ੍ਰਾਣਾਯਾਮ ਕਰਕੇ ਸੁਖਮਨਾ ਵਿੱਚ ਟਿਕਾਉਣਾ ਕਰਦੇ ਹਾਂ।
ਇਸ ਤਰ੍ਹਾਂ ਜੋਗਾਨੰਦ ਤੋਂ ਰਸ ਧਾਤੂ ਪ੍ਰਾਪਤ ਕਰਦੇ ਹਾਂ ਅਤੇ ਮਹਾਂ ਜੋਗਾ ਰਸ ਨੂੰ ਇਕੱਤਰ ਕੀਤਾ ਤੇ ਭੁਜੰਗਮਾ ਨਾੜੀ ਦੁਆਰਾ ਪ੍ਰਾਣਾਯਾਮ ਕਰਕੇ ਸਰੀਰ ਕਾਠੀ ਕਹੀਏ ਲੱਕੜ ਦੀ ਨਿਆਈ ਸੁੱਕਾ ਹੋ ਗਿਆ ਹੈ। ਓਆ ਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ। ਹੇ ਜੋਗੀ, ਜਿਹੜੀ ਤੁਹਾਡੀ ਬਾਹਰਲੀ ਸ਼ਰਾਬ ਹੈ ਉਹ ਸ਼ਰਾਬ ਪੀਣ ਵਾਲੇ ਨੂੰ ਸੁਭਾਵਕ ਹੀ ਮਤਵਾਰਾ ਕਮਲਾ ਮਸਤ ਕਹੀਦਾ ਹੈ ਅਤੇ ਜੋ ਇਹ ਸਾਡੇ ਵਾਲੀ ਅੰਤਰੀਵ ਸ਼ਰਾਬ ਪੀਂਦਾ ਹੈ ਉਸ ਨੂੰ ਸੁਭਾਵਕ ਹੀ ਮਤਵਾਰਾ ਸ੍ਰੇਸ਼ਟ ਬੁੱਧੀ ਵਾਲਾ ਕਹੀਦਾ ਹੈ। ਇਸ ਪ੍ਰਕਾਰ ਜੋ ਰਾਮ ਪਰਮੇਸ਼ਰ ਦੇ ਸਵਾਦ ਦੇ ਤਾਈਂ ਪੀਂਦਾ ਹੈ ਉਸ ਨੂੰ ਗਿਆਨ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਉਹ ਗਿਆਨ ਨੂੰ ਵਿਚਾਰਨ ਵਾਲਾ ਹੋ ਜਾਂਦਾ ਹੈ। ਇਸੇ ਪ੍ਰਕਾਰ ਹੁਣ ਭਗਤ ਜੀ ਦੂਸਰਾ ਅੱਗੇ ਹੁਣ ਅਗਲੀ ਪੰਕਤੀ ਵਿੱਚ ਕਿਰਪਾ ਕਰ ਰਹੇ ਹਨ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅਨਦਿਨ ਜਾਈ। ਜਿਵੇਂ ਸ਼ਰਾਬੀ ਨੂੰ ਜਦੋਂ ਸਹਿਜੇ ਹੀ ਕਲਾਲਨ ਸ਼ਰਾਬ ਪਿਲਾਉਣ ਵਾਲੀ ਭਾਵ ਵੇਸਵਾ ਆ ਕੇ ਮਿਲਦੀ ਹੈ ਤਾਂ ਉਸ ਦੇ ਵਿਸ਼ੇ ਆਨੰਦ ਵਿੱਚ ਮਸਤ ਹੋਏ ਦੀ ਇੱਕ ਰਸ ਸਾਰੀ ਰਾਤ ਵਿਸ਼ੇ ਭੋਗਣ ਵਿੱਚ ਪ੍ਰਵਿਰਤ ਹੋਏ ਦੀ ਲੰਘ ਜਾਂਦੀ ਹੈ। ਇਸੇ ਪ੍ਰਕਾਰ ਅੰਤਰੀ ਭਾਵ ਵਿੱਚ ਜਦੋਂ ਸ਼ਾਂਤੀ ਰੂਪੀ ਕਲਾਲਨ ਸ਼ਰਾਬ ਪਿਲਾਉਣ ਵਾਲੀ ਆ ਕੇ ਮਿਲੀ ਤਦ ਤੋਂ ਬ੍ਰਹਮਾਨੰਦ ਦੇ ਵਿੱਚ ਮਸਤ ਹੋਇਆਂ ਦਾ ਅਨ ਦਿਨ ਰਾਤ ਦਿਨ ਲੰਘਦਾ ਜਾ ਰਿਹਾ ਹੈ। ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤਉ ਅਨਭਉ ਪਾਇਆ। ਇਸ ਪ੍ਰਕਾਰ ਜਾਣਦਿਆਂ ਖੋਜ ਕਰਦਿਆਂ ਆਪਣਾ ਚਿੱਤ ਸਤ ਸੰਗਤ ਦੁਆਰਾ ਨਿਰੰਜਨ ਸ਼ੁੱਧ ਬ੍ਰਹਮ ਵਿੱਚ ਲਾ ਦਿੱਤਾ ਹੈ। ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਤਉ ਤੋਂ ਭਾਵ ਤਦੋਂ ਤੋਂ ਅਸੀਂ ਅਨਭਉ ਭੈ ਤੋਂ ਰਹਿਤ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ। ਗੌੜੀ ਕਬੀਰ ਜੀ। ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਵਿਦਵਾਨ ਪੰਡਤ ਆਇਆ ਤੇ ਕਹਿਣ ਲੱਗਾ ਕਿ ਕਬੀਰ ਜੀ, ਮਨ ਮਾਰੇ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਤਾਂ ਸੁਣ ਕੇ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਮਨ ਕਾ ਸੁਭਾਉ ਮਨ ਹੈ ਬਿਆਪੀ, ਮਨ ਹੈ ਮਾਰ ਕਵਨ ਸਿੱਧ ਥਾਪੀ। ਹੇ ਭਾਈ, ਮਨ ਦਾ ਸੁਭਾਅ ਮਨ ਵਿੱਚ ਹੀ ਵਿਆਪ ਰਿਹਾ ਮਿਲ ਰਿਹਾ ਹੈ। ਅਸੀਂ ਪੁੱਛਦੇ ਹਾਂ ਕਿ ਜਦੋਂ ਮਨ ਨੂੰ ਹੀ ਮਾਰ ਦਿੱਤਾ ਤਾਂ ਫਿਰ ਕਿਹੜੀ ਸਿੱਧੀ ਥਾਪੀ ਸਥਾਪਿਤ ਕਰੋਗੇ। ਕਵਨ ਸੋ ਮਨ ਜੋ ਮਨ ਮਾਰੈ, ਮਨ ਕੋ ਮਾਰ ਕਹੋ ਕਿਸ ਤਾਰੈ ਰਹਾਉ। ਉਹ ਕਿਹੜਾ ਮਨ ਮੁਨੀ ਹੈ ਜਿਹੜਾ ਕਹਿੰਦਾ ਕਿ ਮਨ ਨੂੰ ਮਾਰਨਾ ਚਾਹੀਦਾ। ਮਨ ਨੂੰ ਮਾਰ ਕਰਕੇ ਕਿਸ ਦੇ ਤਾਈਂ ਤਾਰਨਾ ਕਰੋਗੇ। ਸਾਨੂੰ ਇਹ ਕਹੋ, ਦੱਸੋ ਹਾਂ ਭਲਾ, ਇਹ ਉੱਤਰ ਦੱਸੋ ਸਾਨੂੰ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ, ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨ ਹੋਈ। ਮਨ ਦੇ ਅੰਦਰ ਹੀ ਸਾਰੇ ਕੋਈ ਬੋਲਚਾਲ ਕਰ ਰਹੇ ਆ। ਮਨ ਦੇ ਮੰਦੇ ਸੁਭਾਅ ਮਾਰੇ ਤੋਂ ਬਗੈਰ ਭਗਤੀ ਨਹੀਂ ਹੁੰਦੀ। ਅਨਵੇਂ ਕਰਕੇ ਬਿਨ ਭਗਤ ਮਨ ਮਾਰੇ ਨਾ ਹੋਈ। ਭਗਤੀ ਤੋਂ ਬਗੈਰ ਮਨ ਦਾ ਮੰਦਾ ਸੁਭਾਅ ਮਰਨਾ ਹੀ ਨਹੀਂ ਹੁੰਦਾ। ਕਹੋ ਕਬੀਰ ਜੋ ਜਾਣੈ ਭੇਉ, ਮਨ ਮਧਸੂਦਨ ਤ੍ਰਿਭਵਨ ਦੇਉ। ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹਨ, ਜਿਹੜਾ ਇਸ ਭੇਦ ਨੂੰ ਜਾਣ ਲਵੇ ਕਿ ਮਨ ਤਾਂ ਮਧੂ ਦੈਂਤ ਦੀ ਨਿਆਈ ਸਭਨਾਂ ਦੇ ਜਪ ਤਪ ਨੂੰ ਸੂਦਨ ਕੱਟਣ ਵਾਲਾ ਹੈ ਤੇ ਤ੍ਰਿਭਵਨ ਤਿੰਨਾਂ ਭਵਨਾਂ ਦਾ ਦੇਵ ਦੇਵਤਾ, ਇਹ ਰਾਜਾ ਬਣੀ ਬੈਠਾ ਹੈ ਮਨ। ਗੌੜੀ ਕਬੀਰ ਜੀ। ਸੋ ਭਗਤ ਕਬੀਰ ਸਾਹਿਬ ਜੀ ਦੇ ਪਾਸ ਸੰਧਿਆ ਸਮੇਂ ਇੱਕ ਅਨੀਸ਼ਰਵਾਦੀ ਨਾਸਤਿਕ ਪੰਡਤ ਆਇਆ। ਆ ਕਰਕੇ ਕਹਿਣ ਲੱਗਾ, ਭਗਤ ਜੀ ਤੁਸੀਂ ਐਵੇਂ ਵਿਅਰਥ ਹੀ ਰੱਬ ਦੀਆਂ ਗੱਲਾਂ ਕਰਦੇ ਰਹਿੰਦੇ ਹੋ। ਕੋਈ ਰੱਬ ਨਹੀਂ ਹੈ, ਜੇ ਹੈ ਤਾਂ ਮੈਨੂੰ ਦਿਖਾਓ। ਕਿੱਥੇ ਹੈ? ਤਾਂ ਭਗਤ ਜੀ ਕਾਰਜ ਦੁਆਰਾ ਕਾਰਨ ਦਾ ਅਨੁਮਾਨ ਕਰਾ ਕੇ ਦਿਖਾਉਂਦੇ ਹਨ। ਗੌੜੀ ਕਬੀਰ ਜੀ। ਓਏ ਜੋ ਦੀਸਹਿ ਅੰਬਰ ਤਾਰੇ,
ਕਿਨ ਓਏ ਚੀਤੇ ਚੀਤਨ ਹਾਰੇ। हे ਪੰਡਤ, ਉਹ ਜਿਹੜੇ ਅੰਬਰ ਆਕਾਸ਼ ਵਿੱਚ ਤਾਰੇ ਦਿਖ ਰਹੇ ਹਨ, ਉਹ ਕਿਸ ਚੀਤਨਹਾਰੇ ਚਿਤਰਨ ਵਾਲੇ ਨੇ ਚਿਤਰੇ ਹਨ, ਚਿੱਤਰਕਾਰੀ ਬਣਾਈ ਹੈ। ਅੱਗੋਂ ਪੰਡਤ ਕਹਿਣ ਲੱਗਾ, ਜੀ ਇਹ ਤਾਂ ਆਕਾਸ਼ ਵਿੱਚ ਹੀ ਲੱਗੇ ਹੋਏ ਆ। ਤਾਂ ਅੱਗੋਂ ਭਗਤ ਜੀ ਕਹਿਣ ਲੱਗੇ, ਕਹੋ ਰੇ ਪੰਡਤ ਅੰਬਰ ਕਾਸਿਓ ਲਾਗਾ, ਬੂਝੈ ਬੂਝਨਹਾਰ ਸੁਭਾਗਾ ਰਹਾਉ। हे ਆਪਣੇ ਆਪ ਨੂੰ ਪੰਡਤ ਵਿਦਵਾਨ ਕਹਾਉਣ ਵਾਲੇ, ਤੂੰ ਕਹੋ ਕਹਿਣਾ ਕਰ ਖਾਂ ਭਲਾ ਕਿ ਅੰਬਰ ਆਕਾਸ਼ ਕਿਸ ਦੇ ਨਾਲ ਲੱਗਾ। ਇਹ ਵੀ ਤਾਂ ਕਿਸੇ ਦੇ ਆਸਰੇ ਹੀ ਖੜਾ ਨਾ, ਨਿਰ ਆਸਰੇ ਤਾਂ ਨਹੀਂ। ਪੰਡਤ ਕਹਿਣ ਲੱਗਾ ਕਿ ਮੈਨੂੰ ਤਾਂ ਨਹੀਂ ਪਤਾ ਕਿ ਕਿਸ ਦੇ ਆਸਰੇ ਖੜਾ। ਤਾਂ ਭਗਤ ਜੀ ਕਹਿਣ ਲੱਗੇ ਕਿ ਜਿਹੜਾ ਇਸ ਗੱਲ ਨੂੰ ਗੁਰਾਂ ਦੁਆਰਾ ਅਧਿਕਾਰੀ ਬਣ ਕੇ, ਬੁੱਝਣ ਵਾਲਾ ਬਣ ਕੇ, ਤਵੰਗ ਪਦ ਦਾ ਲੱਖ ਅਰਥ ਰੂਪ ਅਤੇ ਤਤ ਪਦ ਦਾ ਲੱਖ ਅਰਥ ਰੂਪ ਬੁੱਝ ਲੈਂਦਾ ਹੈ, ਸਮਝ ਲੈਂਦਾ ਹੈ, ਉਹ ਹੀ ਸੁਭਾਗਾ ਸ੍ਰੇਸ਼ਟ ਭਾਗਾਂ ਵਾਲਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸੂਰਜ ਚੰਦ ਕਰਹਿ ਉਜਿਆਰਾ, ਸਭ ਮਹਿ ਪਸਰਿਆ ਬ੍ਰਹਮ ਪਸਾਰਾ। ਜਿਹੜਾ ਸੂਰਜ ਚੰਦਰਮਾ ਪ੍ਰਕਾਸ਼ ਕਰ ਰਹੇ ਹਨ, ਇਹਨਾਂ ਸਾਰਿਆਂ ਖੱਡ ਜੋਤੀਆਂ ਆਦਿ ਵਿੱਚ ਪਰਮੇਸ਼ਰ ਦਾ ਹੀ ਪਸਾਰਾ ਫੈਲਿਆ ਹੋਇਆ। ਪੰਡਤ ਨੇ ਕਿਹਾ ਕਿ ਮੈਨੂੰ ਤਾਂ ਸਮਝ ਨਹੀਂ ਪੈਂਦੀ। ਤਾਂ ਭਗਤ ਜੀ ਕਹਿਣ ਲੱਗੇ ਕਿ ਸੂਰਜ ਦੀ ਨਿਆਈ, ਗਿਆਨ ਚੰਦ ਦੀ ਨਿਆਈ ਵਿਰਾਗ ਭਾਵ ਵਿਵੇਕ ਅਤੇ ਵਿਰਾਗ ਸਾਧਨਾ ਦੇ ਸਮੇਤ ਹੋ ਕੇ ਜਦੋਂ ਪਰੋਖ ਅਪਰੋਖ ਦਾ ਉਜਾਲਾ ਹੋਵੇਗਾ ਤਾਂ ਤੈਨੂੰ ਦਰਸ਼ਨ ਹੋਣਗੇ। ਕਹੋ ਕਬੀਰ ਜਾਣੇਗਾ ਸੋਏ, ਹਿਰਦੈ ਰਾਮ ਮੁਖ ਰਾਮੈ ਹੋਏ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਭੇਤ ਨੂੰ ਉਹ ਹੀ ਜਾਣ ਸਕੇਗਾ ਜਿਨ੍ਹਾਂ ਦੇ ਹਿਰਦੈ ਅੰਤਸ਼ਕਰਨ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਤੇ ਮੁਖ ਵਿੱਚ ਰਸਨਾ ਕਰਕੇ ਵੀ ਰਾਮ ਦਾ ਨਾਮ ਉਚਾਰਨ ਹੋਵੇਗਾ। ਸ਼ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।